प्रोग्राम देख रहे सारे दर्शकों ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ। ਆਪ ਜੀ ਨੂੰ ਪਤਾ ਹੀ ਹੈ ਕਿ ਕੁਝ ਦਿਨਾਂ ਤੋਂ ਅਸੀਂ ਗਦਰ ਲਹਿਰ ਦੇ ਨਾਲ ਜਿਹੜੇ ਪ੍ਰੋਗਰਾਮ ਉਹ ਆਪ ਜੀ ਨੂੰ ਦਿਖਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਉਹ ਗਦਰੀ ਮਹਾਨ ਜਿਹੜੇ ਸੂਰਮੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਦੇ ਪਰਿਵਾਰਾਂ ਦੀ ਵੀ ਸਾਰ ਲਈ ਜਾਵੇ ਕਿ ਉਹਨਾਂ ਦੇ ਪਰਿਵਾਰ ਅੱਜ ਕੱਲ੍ਹ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਤੇ ਨਾਲ ਦੀ ਨਾਲ ਜੋ ਉਹਨਾਂ ਨੇ ਇਤਿਹਾਸ ਦੇ ਵਿੱਚ ਕੁਰਬਾਨੀ ਕੀਤੀ ਹੈ ਉਹਨੂੰ ਵੀ ਹਾਈਲਾਈਟ ਕੀਤਾ ਜਾਵੇ। ਤੇ ਅਸੀਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਹੁੰਚੇ ਹਾਂ। ਆਪ ਜੀ ਨੂੰ ਪਤਾ ਹੀ ਹੈ ਕਿ ਦੇਸ਼ ਭਗਤ ਪਰਿਵਾਰਾਂ ਦੀ ਸਹਾਇਤਾ ਕਰਨ ਵਾਸਤੇ ਪਹਿਲਾਂ ਦੇਸ਼ ਭਗਤ ਯਾਦਗਾਰ ਕਮੇਟੀ ਬਣੀ, ਉਸ ਤੋਂ ਬਾਅਦ ਇਹ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਬਣਿਆ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਦੇਸ਼ ਭਗਤਾਂ ਦੇ ਨਾਲ ਜਿਹੜੀਆਂ ਫੋਟੋ ਵੀ ਸਾਂਭ ਕੇ ਰੱਖੀਆਂ ਹੋਈਆਂ ਤੇ ਬਹੁਤ ਸਾਰਾ ਜਿਹੜਾ ਇਤਿਹਾਸ ਹੈ ਉਹ ਵੀ ਸਾਂਭਿਆ ਹੈ ਕਿਉਂਕਿ ਇਤਿਹਾਸ ਸਾਂਭਣਾ ਆਪਣਾ ਫਰਜ਼ ਵੀ ਬਣਦਾ ਹੈ। ਜੇ ਇਤਿਹਾਸ ਨਾ ਸਾਂਭਿਆ ਜਾਵੇ, ਖਾਸ ਕਰਕੇ ਜਿਹੜਾ ਗਦਰ ਲਹਿਰ ਦਾ ਇਤਿਹਾਸ ਹੈ ਇਹ ਬਹੁਤ ਮੈਂ ਸਮਝਦਾ ਕਿ ਉਸ ਟਾਈਮ ਤੇ ਸ਼ਾਇਦ ਸਾਂਭਿਆ ਨਹੀਂ ਗਿਆ ਤੇ ਪਰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਕੋਸ਼ਿਸ਼ ਹੈ ਜਿਹੜੇ ਗਦਰੀ ਦੇਸ਼ ਭਗਤ ਬਾਅਦ ਦੇ ਵਿੱਚ 1947 ਤੋਂ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਜੇਲ੍ਹਾਂ ਦੇ ਵਿੱਚੋਂ ਰਿਹਾ ਹੋ ਕੇ ਉਹਨਾਂ ਦੇ ਨਾਲ ਵੀ ਮੁਲਾਕਾਤਾਂ ਕਰਕੇ ਉਹਨਾਂ ਦੇ ਸੰਬੰਧੀ ਕਿਤਾਬਾਂ ਵੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਛਾਪੀਆਂ ਹਨ ਤੇ ਬਹੁਤ ਸਾਰਾ ਹੋਰ ਵੀ ਇਤਿਹਾਸਕ ਜਿਹੜੇ ਖਰੜੇ ਆ ਉਹ ਸਾਂਭ ਕੇ ਰੱਖੇ ਹੋਏ ਆ। ਤੇ ਅੱਜ ਅਸੀਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜਿਹੜੀ ਜਲੰਧਰ ਵਿਖੇ ਸਥਿਤ ਹੈ ਸਾਡੇ ਨਾਲ ਜਿਹੜੇ ਇਸ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਫੀ ਮੈਂਬਰ ਮੌਜੂਦ ਨੇ। ਉਹਨਾਂ ਦੇ ਨਾਲ ਆਪਾਂ ਇਤਿਹਾਸਕ ਗੱਲਾਂ ਬਾਤਾਂ ਵੀ ਕਰਾਂਗੇ ਕਿ ਗਦਰ ਜਿਹੜੀ ਲਹਿਰ ਹੈ ਉਹ ਕੀ ਸੀ, ਉਹਦੇ ਕਿਹੜੇ ਉਦੇਸ਼ ਸੀ ਤੇ ਕੀ ਉਹ ਆਪਣੇ ਉਦੇਸ਼ਾਂ ਦੇ ਵਿੱਚ ਕਿੰਨਾ ਸਫਲ ਹੋਈ ਤੇ ਕੀ ਕਾਰਨ ਸੀ ਕਿ ਜਿਹੜਾ ਉਹ ਗਦਰ ਮੂਵਮੈਂਟ ਨੇ ਜਾਂ ਗਦਰ ਲਹਿਰ ਦੇ ਯੋਧਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਪਰ ਉਹਦੇ ਭਾਵੇਂ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਦਾ ਅਹਿਮ ਯੋਗਦਾਨ ਹੈ ਕਿ ਉਹ ਆਪਣੇ ਮੁਕਾਮ ਨੂੰ ਹਾਸਲ ਕਿਉਂ ਨਹੀਂ ਕਰ ਸਕੀ। ਸਾਡੇ ਨਾਲ ਇਸ ਵੇਲੇ ਬਜ਼ੁਰਗ ਚਰਨਜੀਤ ਲਾਲ ਜੀ ਮੌਜੂਦ ਨੇ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਗਦਰ ਲਹਿਰ ਹੈ ਇਹ ਹੈ ਕੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। 2013 ਗਦਰ ਲਹਿਰ ਦੀ ਸ਼ਤਾਬਦੀ ਦਾ ਸਾਲ ਭਾਵ ਅੱਜ ਤੋਂ 100 ਸਾਲ ਪਹਿਲਾਂ ਹਿੰਦੁਸਤਾਨ ਵਿੱਚੋਂ ਗਏ ਪ੍ਰਵਾਸੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਟਾਪੂਆਂ ਵਿੱਚ ਰੁਜ਼ਗਾਰ ਦੀ ਖਾਤਰ ਇਹ ਗੱਲ ਕਹਿਣੀ ਬੜੀ ਜ਼ਰੂਰੀ ਆ ਕਿ ਉਹ ਪ੍ਰਭਾਵਿਤ 1857 ਦੇ ਗਦਰ ਤੋਂ ਹੋਏ ਸੀ। ਉਸ ਤੋਂ ਬਾਅਦ ਬੰਗਾਲ ਦੀ ਮੂਵਮੈਂਟ ਆਨੰਦ ਮੰਠ ਬੜਾ ਵੱਡਾ ਉਹ ਇੱਕ ਨਾਵਲ ਸੀ ਜਿਸ ਨੇ ਨਾਰਥ ਇੰਡੀਆ ਦੇ ਦੇਸ਼ ਭਗਤ ਲੋਕਾਂ ਨੂੰ ਬੰਗਾਰਿਆ ਹਲੂਣਿਆ। ਸੋ ਇਹ ਲਹਿਰ ਪਹਿਲੀ ਲਹਿਰ ਸੀ ਜਿਸ ਦਾ ਮਨੋਰਥ ਸਾਫ਼ ਸਪਸ਼ਟ ਸੀ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਮੁਕੰਮਲ ਆਜ਼ਾਦੀ ਨੂੰ ਪ੍ਰਾਪਤ ਕਰਨਾ। ਨੰਬਰ 2 ਇਹ ਜਦੋਜਹਿਦ ਇਹ ਆਜ਼ਾਦੀ ਦੀ ਲੜਾਈ ਧਰਮ ਨਿਰਪੱਖਤਾ ਦੇ ਆਧਾਰ ਤੇ ਹੋਵੇਗੀ। ਇੱਥੇ ਜਾਤ ਪਾਤ ਦਾ, ਛੂਤ-ਛਾਤ ਦਾ, ਊਚ ਨੀਚ ਦਾ ਕੋਈ ਥਾਂ ਨਹੀਂ। ਧਰਮ ਦੇ ਬਾਰੇ ਸਾਰੇ ਗਦਰੀ ਦੇਸ਼ ਭਗਤਾਂ ਦੇ ਬਿਆਨਾਂ ਵਿੱਚੋਂ ਬੜੀ ਗੱਲ ਝਲਕਦੀ ਆ ਕਿ ਧਰਮ ਹਰ ਇੱਕ ਦਾ ਨਿੱਜੀ ਮਸਲਾ ਹੋਊਗਾ, ਰਾਜਨੀਤਿਕ ਲੜਾਈ ਦੇ ਵਿੱਚ ਉਹਦੀ ਕੋਈ ਥਾਂ ਨਹੀਂ ਹੋਊਗੀ ਧਰਮ ਦੀ। ਤੀਜਾ, ਅਸੀਂ ਹਿੰਦੁਸਤਾਨ ਦੀ ਆਜ਼ਾਦੀ ਨੂੰ ਸਰਬ ਸਾਂਝੀਵਾਲਤਾ ਦੇ ਆਧਾਰ ਤੇ ਇਸ ਆਜ਼ਾਦੀ ਨੂੰ ਮਾਨਣਾ, ਸਿਰਜਣਾ। ਸਰਬ ਸਾਂਝੀਵਾਲਤਾ ਦਾ ਜਿਹੜਾ ਕਨਸੈਪਟ ਆ ਭਾਵ ਅੱਗੋਂ ਇਹੋ ਹੀ ਸਾਂਝੀਵਾਲਤਾ ਦਾ ਜਿਹੜਾ ਸ਼ਬਦ ਆ ਇਹਨੂੰ ਸੋਸ਼ਲਿਜ਼ਮ ਦਾ ਵੀ ਨਾਂ ਦਿੱਤਾ ਗਿਆ, ਇਹਨੂੰ ਸਮਾਜਵਾਦ ਦਾ ਵੀ ਅਸੀਂ ਜਿਹੜੇ ਸ਼ਬਦ ਆ ਉਹ ਦਿੱਤੇ ਜਾ ਸਕਦੇ ਆ ਕਿਉਂਕਿ ਰੂਸ ਦੇ ਇਨਕਲਾਬ ਤੋਂ ਬਾਅਦ ਇਹ ਗਦਰੀ ਦੇਸ਼ ਭਗਤਾਂ ਦਾ ਜਿਹੜਾ ਮਹਾਨ ਜਿਹੜਾ ਮੋੜਾ ਆ ਉਹ ਰੂਸ ਦੇ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ਮਜ਼ਦੂਰਾਂ, ਕਿਸਾਨਾਂ, ਆਵਾਮ ਦੀ ਸਾਂਝੀ ਲਹਿਰ ਔਰ ਸਾਂਝੀਵਾਲਤਾ ਦਾ ਰਾਜ ਸਥਾਪਿਤ ਕਰਨ ਲਈ ਜਿਹੜੀ ਲਹਿਰ ਚੱਲੀ ਕੌਮਾਂਤਰੀ ਪੱਧਰ ਤੇ ਇਹ ਇੱਕ ਵਿਲੱਖਣ ਲਹਿਰ ਆ। ਇਹ ਲਸਾਨੀ ਲਹਿਰ ਆ ਜਿਹਦਾ ਹੋਰ ਕੋਈ ਲਹਿਰ ਸਿਵਾਏ ਬਾਬਰ ਅਕਾਲੀ ਲਹਿਰ ਤੋਂ ਇਹਦਾ ਕੋਈ ਸਾਨੀ ਨਹੀਂ।
ਜੀ ਇੰਨੀ ਵੱਡੀ ਉਹਨਾਂ ਨੇ ਕੁਰਬਾਨੀ ਕੀਤੀ ਆਪਣੇ ਗਦਰੀ ਸੂਰਮਿਆਂ ਦੇ, ਜਦੋਂ ਇੱਧਰ ਆਏ ਕੀ ਉਹਨਾਂ ਦੀ ਉਸ ਟਾਈਮ ਤੇ ਇੰਨੀ ਤਿਆਰੀ ਨਹੀਂ ਸੀ, ਜਾਂ ਤੁਸੀਂ ਸਮਝੋ ਕਿ ਲੋਕਾਂ ਨੇ ਇੰਨਾ ਸਾਥ ਨਹੀਂ ਦਿੱਤਾ? ਜੇ ਆਪਾਂ ਮੈਂ ਇਤਿਹਾਸ ਪੜ੍ਹਿਆ ਉਹਦੇ ਵਿੱਚ ਕਾਫੀ ਜਿਹੜੇ ਫੌਜ ਦੇ ਲੋਕ ਸੀਗੇ, ਜਿਸ ਤਰ੍ਹਾਂ 23 ਨੰਬਰ ਸਾਲਾ ਹੋਰ ਵੀ ਸੀ, ਤੇ ਕਾਫੀ ਜਿਹੜੇ ਗਦਰ ਲਹਿਰ ਦੇ ਨਾਲ ਉਹਨਾਂ ਨੇ ਸਾਥ ਦਿੱਤਾ, ਤੇ ਬਹੁਤ ਸਾਰੇ ਜਿਨ੍ਹਾਂ ਨੂੰ ਕੁਰਬਾਨੀਆਂ ਵੀ ਕਰਨੀਆਂ ਪਈਆਂ। ਤੇ ਕੀ ਤੁਸੀਂ ਕਾਰਨ ਸਮਝੋ ਕਿ ਜਿਹੜਾ ਸਹੀ ਮੁਕਾਮ ਸੀ ਆਪਣਾ ਗਦਰ ਲਹਿਰ ਕਿਉਂ ਨਹੀਂ ਹਾਸਲ ਕਰ ਸਕੀ? ਦਰਅਸਲ ਉਹਨਾਂ ਦੀ ਜਿਹੜੀ ਯੁੱਧ ਨੀਤੀ ਸੀ, ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਨਹੀਂ ਸੀ। ਦੁਨੀਆ ਦੇ ਹਾਲਾਤਾਂ ਨੇ ਉਹਨਾਂ ਨੂੰ ਕੁਝ ਇਹੋ ਜਿਹੇ ਮੋੜ ਦੇ ਵਿੱਚ ਪਾਤਾ, ਜਿਹਦੇ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਹ ਕਾਰਨ ਬਣ ਗਿਆ ਫਸਟ ਵਰਲਡ ਵਾਰ, ਦੁਨੀਆ ਦੀ ਪਹਿਲੀ ਜਿਹੜੀ ਮਹਾ ਜੰਗ ਆ। ਕਿਉਂਕਿ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਇਹ ਬੜੀ ਸਪਸ਼ਟ ਗੱਲ ਆ ਕਿ 1920 ਤੱਕ ਉਹਨਾਂ ਦਾ ਅੰਦਾਜ਼ਾ ਸੀ ਕਿ ਦੁਨੀਆ ਦੀ ਜੰਗ ਜਰਮਨ ਇੰਗਲੈਂਡ ਆਪਸ ਵਿੱਚ ਉਲਝ ਜਾਣਗੇ। ਸਾਡਾ ਦੁਸ਼ਮਣ ਬਰਤਾਨੀਆ ਸਾਮਰਾਜ ਆ। ਅਸੀਂ ਉਸ ਮੌਕੇ ਤੇ ਆਪਣੇ ਹਿੰਦੁਸਤਾਨੀ ਫੌਜੀ ਭਾਈਆਂ ਨੂੰ ਜਥੇਬੰਦ ਕਰਕੇ ਪ੍ਰੇਰ ਕੇ ਅੰਗਰੇਜ਼ਾਂ ਦੀਆਂ ਫੌਜਾਂ ਜਿਹੜੀਆਂ ਗੋਰੀਆਂ ਪਲਟਣਾ ਸੀ ਉਹਨਾਂ ਦੇ ਖਿਲਾਫ ਇਨਕਲਾਬ ਲਈ, ਆਜ਼ਾਦੀ ਲਈ ਵਰਤੋਂ ਵਿੱਚ ਲਿਆਵਾਂਗੇ। ਇਹਦੀ ਉਹ ਤਿਆਰੀ ਕਰ ਰਹੇ ਸੀ ਕਿ ਅਚਾਨਕ ਇਹ ਹੋਈ ਕਿ ਜੰਗ 1920 ਤੋਂ ਪਹਿਲਾਂ ਹੀ 1914 ਦੇ ਵਿੱਚ ਛਿੜ ਗਈ। ਸੋ ਇਹ ਜਿਹੜਾ ਗੈਪ ਆ 6 ਸਾਲ ਦਾ, ਇਹ ਇੱਕ ਬੜਾ ਵੱਡਾ ਕਾਰਨ ਆ ਉਹਨਾਂ ਦੀ ਇਸ ਜਿਹੜੀ ਜੰਗ ਦੇ ਵਿੱਚ ਨਾਕਾਮਯਾਬੀ। ਉਹਦਾ ਇਹ ਇੱਕ ਬੜਾ ਵੱਡਾ ਸੀ, ਕਿਉਂਕਿ ਤਿਆਰੀ ਨਹੀਂ ਹੋਈ। ਫੌਜਾਂ ਦੇ ਵਿੱਚ ਉਹਨਾਂ ਨੇ ਕੰਮ ਬਹੁਤ ਕੀਤਾ, ਹਿੰਦੁਸਤਾਨ ਦੀਆਂ ਛਾਉਣੀਆਂ 'ਚ, ਖਾਸ ਕਰਕੇ ਪੰਜਾਬ ਦੀ ਫਿਰੋਜ਼ਪੁਰ ਛਾਉਣੀ ਔਰ ਮੀਆਂ ਮੀਰ ਲਾਹੌਰ ਵਾਲੀ ਛਾਉਣੀ, ਜਿਹੜੀ ਨਾਰਥ ਇੰਡੀਆ ਦੀਆਂ ਵੱਡੀਆਂ ਛਾਉਣੀਆਂ ਸੀ। ਨਫਰੀ ਪੱਖੋਂ, ਮਨੀਸ਼ਨ ਪੱਖੋਂ ਜਿਹੜੇ ਵੱਡੇ ਹੈੱਡਕੁਆਰਟਰ ਸੀ ਨਾਰਥ ਇੰਡੀਆ ਦੇ। ਬਾਵਜੂਦ ਤਿਆਰੀਆਂ ਦੇ ਉਹ ਅਚਨਚੇਤ ਜਿਹੜੀ ਜੰਗ ਦਾ ਕਾਰਨ ਆ, ਉਹਦੇ ਕਰਕੇ ਕਾਫੀ ਜਿਹੜੀ ਆ ਸੈਟਬੈਕ, ਉਹ ਮੈਂ ਸਮਝਦਾ ਕਿ ਇੱਕ ਤਾਂ ਕਾਰਨ ਉਹੀ ਆ। ਦੂਜਾ ਕਾਰਨ ਇਹ ਆ ਕਿ ਗਦਰ ਦੀ ਲੀਡਰਸ਼ਿਪ ਜਿਹੜੀ ਅਮਰੀਕਾ ਦੇ ਵਿੱਚ ਗਦਰ ਅਖਬਾਰ ਦੇ ਪ੍ਰਚਾਰ ਸਦਕਾ ਦੁਨੀਆ ਦੇ ਧਿਆਨ ਵਿੱਚ ਆ ਗਈ ਗੱਲ ਕਿ ਅਮਰੀਕਾ 'ਚ ਗਦਰ ਪਾਰਟੀ ਬਣਨ ਨਾਲ ਉਹਨਾਂ ਨੇ ਹੁਣ ਜਿਹੜਾ ਅੰਗਰੇਜ਼ਾਂ ਨੂੰ ਕੱਢਣ ਦਾ ਨਿਰਣਾ ਕਰ ਲਿਆ। ਉਹਨੇ ਦੁਨੀਆ 'ਚ ਸਾਮਰਾਜ ਦੇ ਅਧਿਕਾਰੀਆਂ ਦੇ ਵੀ ਇਹ ਗੱਲ ਨੋਟਿਸ ਵਿੱਚ ਆ ਹੀ ਗਈ ਸੀ। CID ਬੜੀ ਪਾਵਰਫੁਲ ਸੀ ਉਹਨਾਂ ਦੀ। ਸੋ ਉਹ ਸਾਰੀ ਜਿਹੜੀ ਉਹਨਾਂ ਦੀ ਯੁੱਧ ਨੀਤੀ ਗਦਰ ਅਖਬਾਰ ਦੇ ਵਿੱਚ ਉਹ ਛਾਇਆ ਕਰ ਰਹੇ ਸੀ, ਉਹ ਸਾਰੀ ਅੰਗਰੇਜ਼ਾਂ ਦੇ ਅਧਿਕਾਰੀਆਂ ਨੂੰ ਪਤਾ ਸੀ। ਇਹੋ ਹੀ ਕਾਰਨ ਸੀ ਕਿ ਜਦੋਂ ਉਥੋਂ ਜਹਾਜ਼ ਭਰ ਕੇ ਆਉਣੇ ਸ਼ੁਰੂ ਹੋਏ ਗਦਰੀਆਂ ਤੇ, ਤਾਂ ਉਹ ਸਾਰੇ ਕਲਕੱਤੇ ਦੀ ਬੰਦਰਗਾਹ ਤੇ ਰੋਕੀ ਗਏ ਆ। ਮੀਆਂ ਜਿਹੜਾ ਸਭ ਤੋਂ ਵੱਧ ਮਹੱਤਵਪੂਰਨ ਜਹਾਜ਼ੀ ਬੇੜਾ ਆ ਤੋਛਾ ਮਾਰੂ, ਸਾਰੀ ਲੀਡਰਸ਼ਿਪ ਉਹਦੇ ਵਿੱਚ ਹੀ ਸੀ। ਬਾਬਾ ਸ਼ੇਰ ਸਿੰਘ, ਬਾਬਾ ਠਾਕੁਰ ਕੇਸਰ ਸਿੰਘ, ਬਾਬਾ ਜਵਾਲਾ ਸਿੰਘ, ਊਧਮ ਸਿੰਘ ਤੇ ਹੋਰ ਅਨੇਕਾਂ ਜਿਹੜੇ ਆਗੂ ਆ, ਉਹ ਸਾਰੇ ਉੱਥੇ ਫੜੇ ਜਾਂਦੇ ਆ। ਜਦੋਂ ਸੁਪਰੀਮ ਜਿਹੜੀ ਆ ਬੋਡੀ ਪਾਰਟੀ ਦੀ ਉਹ ਗ੍ਰਿਫਤਾਰ ਹੋ ਜਾਏ, ਤਾਂ ਫਿਰ ਮੂਵਮੈਂਟ ਨੂੰ ਨੁਕਸਾਨ ਪਹੁੰਚਣਾ ਤਾਂ ਕੁਦਰਤੀ ਆ। ਇਹ ਵੀ ਇੱਕ ਬੜਾ ਵੱਡਾ ਕਾਰਨ ਸੀ। ਪਰ ਉਹ ਜੋ ਮਨ ਦੇ ਵਿੱਚ ਧਾਰਿਆ ਸੀ, ਉਹ ਉਹਨਾਂ ਤੋਂ ਪਿੱਛੇ ਹਟਣ ਦੀਆਂ ਗੱਲਾਂ ਜਾਂ ਅੱਗੋਂ ਜੋ ਕੁਝ ਵੀ ਵਾਪਰਿਆ ਹਿੰਦੁਸਤਾਨ ਦੇ ਵਿੱਚ, ਉਹਦੇ ਵਿੱਚ ਉਹਨਾਂ ਦੀਆਂ ਕੁਰਬਾਨੀਆਂ ਜਾਂ ਉਹਨਾਂ ਦੇ ਦ੍ਰਿੜ ਵਿਸ਼ਵਾਸ ਦੀ ਇੱਕ ਮਿਸਾਲ ਜਿਹੜੀ ਆ ਬੜੀ ਪ੍ਰਸਿੱਧ ਆ, ਔਰ ਉਹ ਮੈਂ ਇੱਥੇ ਵੀ ਬਿਆਨ ਕਰਨੀ ਚਾਹੁੰਦਾ। ਉਹ ਹੈ ਬਾਬਾ ਜਵਾਲਾ ਸਿੰਘ ਠੱਠੀਆਂ, ਜਿਨ੍ਹਾਂ ਬਾਰੇ ਮਸ਼ਹੂਰ ਸੀ ਕਿ ਅਮਰੀਕਾ ਦੇ ਵਿੱਚ ਉਹਨਾਂ ਦਾ ਇੱਕ ਫਾਰਮ ਆ 500 ਏਕੜ ਦਾ। ਉਹਨਾਂ ਦੇ ਭਾਈਵਾਲ ਉਸ ਕੰਮ ਦੇ ਵਿੱਚ ਭਾਈ ਸੰਤੋਖ ਸਿੰਘ ਧਰਦਿਓ, ਬਾਬਾ ਵਿਸਾਖਾ ਸਿੰਘ ਦਦੇਰ, ਇਹ ਉਹਨਾਂ ਦੇ ਪਾਰਟਨਰ ਆ ਉਸ ਕਾਰੋਬਾਰ ਦੇ ਵਿੱਚ। ਖੇਤੀ ਇੰਨੀ ਕਾਮਯਾਬ ਆ ਕਿ ਉਹ ਆਲੂਆਂ ਦੇ ਲਈ, ਆਲੂਆਂ ਦੀ ਪੈਦਾਵਾਰ ਲਈ, ਪਿਆਜ਼ਾਂ ਦੀ ਪੈਦਾਵਾਰ ਲਈ ਅਮਰੀਕਾ ਦੀਆਂ ਮਾਰਕੀਟਾਂ ਦੇ ਵਿੱਚ ਉਹਨਾਂ ਨੂੰ ਕਿੰਗ ਆਫ ਪੋਟੈਟੋ, ਆਲੂਆਂ ਦੇ ਬਾਦਸ਼ਾਹ ਦੇ ਨਾਲ ਜਾਣਿਆ ਜਾਂਦਾ ਬਾਬਾ ਜਵਾਲਾ ਸਿੰਘ ਨੂੰ। ਪਰ ਜਦੋਂ
ਸਵਾਲ ਪੈਦਾ ਹੋਇਆ ਆਜ਼ਾਦੀ ਦੀ ਜੰਗ ਦਾ, ਤੇ ਉਹ ਉਸ ਵੇਲੇ 1.5 ਲੱਖ ਦੇ ਕਰੀਬ ਜਿਹੜੀ ਬੋਰੀ ਆਲੂਆਂ ਦੀ ਸੀ, ਜਾਂ ਮਾਰਕੀਟ ਦੇ ਵਿੱਚੋਂ ਪੈਸੇ ਕਿੰਨੇ ਲੈਣ ਵਾਲੇ ਸੀ, ਉਹ ਛੱਡ ਛਡਾ ਕੇ ਸਾਥੀਆਂ ਨੂੰ ਕਿਹਾ ਹੈ ਵੀ ਇਹ ਹੁਣ ਗਰਾਉਂਦੇ ਰਹੋ, ਮੈਂ ਦੇਸ਼ ਦੀ ਆਜ਼ਾਦੀ ਲਈ ਜਾ ਰਿਹਾ। ਇਹ ਸੀ ਦ੍ਰਿੜਤਾ। ਹਿੰਦੁਸਤਾਨ ਫੜੇ ਗਏ ਕਲਕੱਤੇ ਦੀ ਬੰਦਰਗਾਹ ਤੇ ਲਾਹੌਰ ਦੀ ਜੇਲ੍ਹ ਵਿੱਚ ਪਹਿਲੀ ਵਾਰੀ ਉਹਨਾਂ ਨੂੰ 30 ਬੈਂਤਾਂ ਲੱਗਦੀਆਂ। 30 ਬੈਂਤਾਂ ਹੀ ਕੋਇਟੰਬੂਰ ਦੀ ਜੇਲ੍ਹ ਵਿੱਚ ਉਹਨਾਂ ਨੂੰ ਪੈਂਦੀਆਂ, ਜਦੋਂ ਕਾਲੇ ਪਾਣੀਆਂ ਚੋਂ ਬਦਲੀ ਹੋਈਆਂ ਜੇਲ੍ਹਾਂ ਹਿੰਦੁਸਤਾਨ ਦੀਆਂ ਵਿੱਚ ਇਹਨਾਂ ਨੂੰ, ਕਿਉਂਕਿ ਉੱਥੇ ਵੀ ਉਹ ਜੇਲ੍ਹ ਦੀਆਂ ਜਿਹੜੀਆਂ ਮਸ਼ੱਕਤਾਂ, ਤੰਗੀਆਂ, ਤਸ਼ੱਦਦ, ਉਹਦੇ ਖਿਲਾਫ ਵੀ ਜਦੋਜਹਿਦ ਇਹਨਾਂ ਨੂੰ ਕਰਨੀ ਪਈ। ਉਹ ਬੰਦ ਹੋ ਗਈ ਸੀ ਜੇਲ੍ਹ। ਹਿੰਦੁਸਤਾਨ ਦੀਆਂ ਜੇਲ੍ਹਾਂ 'ਚ ਵੀ ਆ ਕੇ ਇਹਨਾਂ ਨੇ ਚੈਨ ਨਾਲ ਨਹੀਂ ਬੈਠੇ। ਇਹਨਾਂ ਨੇ ਆਪਣੇ ਹੱਕਾਂ ਲਈ ਰਾਜਸੀ ਕੈਦੀਆਂ ਦੀਆਂ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਹੱਕਾਂ ਲਈ ਰੋਟੀ, ਖੁਰਾਕ, ਵਰਦੀ, ਤਸ਼ੱਦਦ, ਉਹਨਾਂ ਦੇ ਖਿਲਾਫ ਜਦੋਜਹਿਦ ਕਰਦੇ ਰਹੇ। ਔਰ ਕੋਇਟੰਬੂਰ ਦੇ ਵਿੱਚ ਤਾਂ ਇਹਨਾਂ ਨੂੰ 30 ਬੈਂਤਾਂ ਮਾਰੀਆਂ ਹੀ ਇਸ ਕਰਕੇ ਆ ਕਿਉਂਕਿ ਪਰਉਪਕਾਰੀ ਬੜੇ ਵੱਡੇ ਸੀ। ਮੋਬਲਾ ਮੂਵਮੈਂਟ ਦੱਖਣ ਦੀ ਆਦਿਵਾਸੀਆਂ ਦੀ ਉਸ ਵੇਲੇ ਸ਼ੁਰੂ ਹੋਈ 1922 ਦੇ ਵਿੱਚ, ਤੇ ਉਹ ਕੋਇਟੰਬੂਰ ਦੇ ਜੇਲ੍ਹ ਦੇ ਵਿੱਚ ਬੱਚੇ, ਬੁੜੀਆਂ, ਔਰਤਾਂ ਜਿੰਨੇ ਸੱਤਿਆਗ੍ਰਹਿ ਦੇ ਵਿੱਚ ਹਿੱਸਾ ਲੈਣ ਵਾਲੇ ਉਹ ਲਿਆ ਰਹੇ ਸੀ। ਗਰਮੀ ਦਾ ਮੌਸਮ ਸੀ, ਪ੍ਰਬੰਧ ਉਹਨਾਂ ਦੀ ਖੁਰਾਕ ਦਾ, ਪਾਣੀ ਦਾ ਬਿਲਕੁਲ ਨਹੀਂ ਸੀ, ਤੇ ਬਾਬੇ ਹੁਣਾਂ ਨੂੰ ਕੋਠੜੀ ਦੇ ਵਿੱਚ ਡੱਕਿਆ ਆ। ਇਹਨਾਂ ਤੋਂ ਉਹ ਬੱਚੇ ਭੁੱਖੇ ਥਿਆਏ ਬਰਦਾਸ਼ਤ ਨਹੀਂ ਹੋ ਰਹੇ। ਮਨ ਚ ਆਇਆ ਕਿ ਇਹ ਤਹਈਆ ਕਰ ਲਿਆ ਕਿ ਮੈਂ ਆਪਣੇ ਹਿੱਸੇ ਦੀ ਰੋਟੀ ਤਾਂ ਬਈ ਇਹ ਬੱਚਿਆਂ ਨੂੰ ਜਿੰਨਾ ਕੁ ਮੈਂ ਕਰ ਸਕਦਾ ਕਰਾਂ। ਉਹ ਰੋਟੀ ਆਪਣੀ ਬਚਾ ਕੇ ਉਹ ਬੱਚਿਆਂ ਨੂੰ ਬਾਹਰ, ਜਿਹੜਾ ਚੌਂਕੀਦਾਰ ਸੀ ਉਹਦੇ ਰਾਹੀਂ, ਸੁਪਰਡੈਂਟ ਅੰਗਰੇਜ਼ ਸੀ, ਬਰਦਾਸ਼ਤ ਨਹੀਂ ਕਰ ਸਕਿਆ। ਹੁਣ ਕਿਸੇ ਨਾ ਕਿਸੇ ਬਹਾਨੇ 'ਚ ਇਹਨਾਂ ਤੇ ਦੋਸ਼ ਲਾ ਕੇ 30 ਬੈਂਤਾਂ ਜਿਹੜੀਆਂ ਉਹ ਕੋਇਟੰਬੂਰ ਦੇ ਵਿੱਚ ਲੱਗੀਆਂ, ਉਹ ਬਾਬਾ ਵਿਸਾਖਾ ਸਿੰਘ ਆਪਣੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਹੱਥ ਲਿਖਤਾ ਉਹਦੇ ਵਿੱਚ ਬਿਆਨ ਕੀਤਾ ਕਿ ਮਾਸ ਦੇ ਲੋਥੜੇ ਕਿੱਦਾਂ ਭਾਈ ਜਵਾਲਾ ਸਿੰਘ ਦੇ ਪਿੰਡੇ ਤੋਂ ਲਟਕਦੇ ਆ, ਉਹ ਕੋਹੜਿਆਂ ਦੀ ਮਾਰ ਨਾਲ। ਸੋ ਉਹ ਇਹ ਸੀ ਉਹਨਾਂ ਦੀ ਕੁਰਬਾਨੀ ਦੀ ਭਾਵਨਾ, ਉਹਨਾਂ ਦਾ ਦ੍ਰਿੜ ਤਿਆਗ, ਤਸ਼ੱਦਦ, ਮੌਤ, ਜਿਹਨੂੰ ਪਲ ਪਲ ਉਹ ਮਾਰ ਰਹੇ ਆ, ਜੀਉ ਰਹੇ ਆ ਔਰ ਮੁਕਾਬਲਾ ਕਰ ਰਹੇ ਆ। ਸੋ ਇਹ ਇੱਕ ਜਵਾਲਾ ਸਿੰਘ ਦੀ ਗੱਲ ਨਹੀਂ। ਜਦੋਂ ਅਸੀਂ ਇੱਕ ਇੱਕ ਨੂੰ ਫੋਲ ਕੇ ਉਹਨਾਂ ਨੂੰ ਪੜਾਂਗੇ, ਦੇਖਾਂਗੇ, ਇੱਕ ਤੋਂ ਵੱਧ ਸਾਰੇ ਇਹ ਗਦਰੀ ਦੇਸ਼ ਭਗਤ ਕੁਰਬਾਨੀਆਂ ਪੱਖੋਂ, ਤਿਆਗ ਪੱਖੋਂ, ਦ੍ਰਿੜਤਾ ਪੱਖੋਂ, ਇੱਕ ਆਪਣੇ ਉਦੇਸ਼ ਦੀ ਪਰਪੱਕਤਾ ਪੱਖੋਂ ਇਹਨਾਂ ਦਾ ਹਿੰਦੁਸਤਾਨ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਇਸ ਲਹਿਰ ਦਾ, ਇਹਨਾਂ ਸੂਰਮਿਆਂ ਦਾ ਕੋਈ ਸਾਨੀ ਨਹੀਂ ਹੋ ਸਕਦਾ। ਜੀ ਬਿਲਕੁਲ ਜੀ, ਜਦੋਂ ਇਤਿਹਾਸ ਦੇ ਪੰਨੇ ਫਰੋਲੀਦੇ ਨੇ ਤੇ ਜਿਹੜੇ ਤਸ਼ੱਦਦ ਉਸ ਵੇਲੇ ਇਹਨਾਂ ਦੇਸ਼ ਭਗਤਾਂ ਤੇ ਹੋਇਆ ਉਹ ਅਕਹਿ ਤੇ ਅਸਹਿ ਹੈ, ਪਰ ਫਿਰ ਵੀ ਇਹਨਾਂ ਸੂਰਬੀਰਾਂ ਨੇ ਕਦੀ ਮਨ ਦੇ ਵਿੱਚ ਹੌਸਲਾ ਨਹੀਂ ਹਾਰਿਆ ਤੇ ਚੜ੍ਹਦੀ ਕਲਾ ਦੇ ਵਿੱਚ ਸਾਰੀ ਜ਼ਿੰਦਗੀ ਉਹਨਾਂ ਨੇ ਜੀ। ਭਾਵੇਂ ਜੇਲ੍ਹਾਂ ਦੇ ਵਿੱਚੋਂ ਰਿਹਾ ਹੋ ਗਏ, ਫਿਰ ਵੀ ਕਿਸੇ ਨਾ ਕਿਸੇ ਸੰਘਰਸ਼ ਦੇ ਵਿੱਚ ਲਗਾਤਾਰ ਜਿਹੜੇ ਗਦਰੀ ਯੋਧੇ ਸੀ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਆਪਣਾ ਯੋਗਦਾਨ ਸੀ ਪਾਉਂਦੇ ਰਹੇ।